ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਖਾਸ ਪ੍ਰੋਗਰਾਮ ਸਿੱਖੀ ਦੀ ਸ਼ਾਨ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਕੁਝ ਇਹੋ ਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖ ਪੰਥ ਨੂੰ ਸਮਰਪਿਤ ਕਰ ਦਿੱਤੀ ਹੈ, ਸਿੱਖ ਇਤਿਹਾਸ ਨੂੰ ਸਮਰਪਿਤ ਕਰ ਦਿੱਤੀ ਹੈ। ਜਦੋਂ ਅਸੀਂ ਆਪਣੀਆਂ ਸਭਾ ਸੁਸਾਇਟੀਆਂ ਪੰਥ ਦਰ ਦੀ ਵੀਰਾਂ ਵੱਲ ਝਾਤ ਮਾਰਦੇ ਹਾਂ, ਕਿਤੇ ਨਾ ਕਿਤੇ ਉਹਨਾਂ ਦੇ ਹਿਰਦੇ ਵਿੱਚ ਵੀ ਪੰਥ ਪ੍ਰਤੀ ਦਰਦ ਹੈ ਕਿ ਸਾਡੀ ਆਉਣ ਵਾਲੀ ਪਨੀਰੀ ਨੂੰ, ਸਾਡੀ ਮੌਜੂਦਾ ਪਨੀਰੀ ਨੂੰ ਕੌਣ ਸਿੱਖ ਇਤਿਹਾਸ ਬਾਰੇ ਦੱਸੇਗਾ ਤੇ ਸਾਡੇ ਜਿਹੜੇ ਨੌਜਵਾਨ ਨੇ ਕਿਵੇਂ ਸਿੱਖ ਵਿਰਸੇ ਦੇ ਨਾਲ ਰੂਪਾਨ ਹੋ ਸਕਣਗੇ। ਬੜੇ ਵੱਡੇ ਹਮਲੇ ਮਾਰੇ ਜਾ ਰਹੇ ਨੇ, ਪਰੰਤੂ ਜਦੋਂ ਅਸੀਂ ਨਤੀਜੇ ਵੱਲ ਝਾਤ ਮਾਰਦੇ ਹਾਂ ਕਿਤੇ ਨਾ ਕਿਤੇ ਨਤੀਜਾ ਸਾਨੂੰ ਉਹ ਪ੍ਰਾਪਤ ਨਹੀਂ ਹੋ ਰਿਹਾ। ਜੀ ਹਾਂ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਅੱਜ ਜਿਹੜੀ ਸ਼ਖਸੀਅਤ ਨਾਲ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਉਹ ਨੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਇੱਕ ਬੇੜਾ ਚੁੱਕਿਆ ਹੈ ਕਿ ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਆਪਣੀ ਆਉਣ ਵਾਲੀ ਪਨੀਰੀ ਦੇ ਰੂਪਾਨ ਕਰ ਸਕਾਂ। ਸਰਦਾਰ ਪਰਵਿੰਦਰ ਸਿੰਘ, ਤੁਹਾਡਾ ਸਵਾਗਤ ਜੀ। ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜਦੋਂ ਅਸੀਂ ਇਤਿਹਾਸ ਦੇ ਉਹ ਬੋਲ ਸੁਣਦੇ ਹਾਂ, ਗਾਵਦੇ ਸੀ ਬਾਣੀ ਗੁਰੂ ਤੋਂ ਬਲਿਆਰ ਹੁੰਦੇ, ਪੱਗ ਬੰਨ੍ਹ ਕੇ ਜਦੋਂ ਗੱਭਰੂ ਸੀ ਤਿਆਰ ਹੁੰਦੇ, ਵੇਖਦੇ ਸੀ ਲੋਕੀ ਚੜ੍ਹ ਕੇ ਚੁਬਾਰਿਆਂ ਤੇ ਕਹਿੰਦੇ ਕਾਸ਼ ਅਸੀਂ ਵੀ ਸਰਦਾਰ ਹੁੰਦੇ। ਪਰੰਤੂ ਕਿੱਥੇ ਗਈਆਂ ਸਰਦਾਰੀਆਂ? ਅੱਜ ਉਹ ਸਰਦਾਰੀਆਂ ਕੇਵਲ ਤੇ ਕੇਵਲ ਸਾਡੇ ਗੁਰਧਾਮਾਂ ਤੱਕ ਸੀਮਤ ਨਾ ਰਹਿ ਜਾਣ, ਔਰ ਸਰਦਾਰੀਆਂ ਕੇਵਲ ਸਾਡੇ ਇੱਕ ਰਾਜ ਤੱਕ, ਇੱਕ ਖਿੱਤੇ ਤੱਕ ਸੀਮਤ ਨਾ ਰਹਿ ਜਾਣ। ਉਸ ਸਰਦਾਰੀ ਨੂੰ ਪੂਰੀ ਕਾਇਨਾਤ ਵਿੱਚ ਦਿਖਾਉਣ ਵਾਸਤੇ ਸਾਡੇ ਕੋਲ ਸਾਡਾ ਇਤਿਹਾਸ ਹੈ, ਸਾਡਾ ਵਿਰਸਾ ਹੈ। ਸਾਡਾ ਵੱਡਮੁੱਲਾ ਫਰਜ਼ ਬਣਦਾ ਹੈ ਕਿ ਅਸੀਂ ਇਤਿਹਾਸ ਨੂੰ ਰੂਪਮਾਨ ਕਰੀਏ, ਦੁਨੀਆ ਦੇ ਵੱਖ-ਵੱਖ ਧਰਮਾਂ ਤੱਕ ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਪਹੁੰਚਾਈਏ। ਸੋ ਇਹ ਵੱਡਮੁੱਲਾ ਕਾਰਜ ਕਰ ਰਹੇ ਨੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਹੁਣੀ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਈ ਹੈ। ਸਰਦਾਰ ਪਰਵਿੰਦਰ ਸਿੰਘ, ਜੇਕਰ ਗੱਲ ਕੀਤੀ ਜਾਵੇ ਸਿੱਖ ਅਜਾਇਬ ਘਰ ਦੀ, ਬੜੇ ਵੱਡੇ ਕਾਰਜ ਕੀਤੇ ਜਾਂਦੇ ਨੇ ਪੰਥ ਦਰਦੀ ਦੇ ਪ੍ਰਤੋਂ। ਸਾਡੀਆਂ ਸਭਾ ਸੁਸਾਇਟੀਆਂ ਬੜੇ ਵੱਡੇ ਕਾਰਜ ਕਰਦੀਆਂ ਨੇ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ, ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਾ ਸਕੇ। ਪਰੰਤੂ ਸਿੱਖ ਅਜਾਇਬ ਘਰ ਦਾ ਨਿਰਮਾਣ ਕਰਨਾ, ਆਪਣੇ ਇਤਿਹਾਸ ਨੂੰ ਦੁਨੀਆ ਦੇ ਸਾਹਮਣੇ ਰੱਖਣਾ, ਇਹ ਖਿਆਲ ਤੁਹਾਡੇ ਜ਼ਿਹਨ 'ਚ ਕਿਵੇਂ ਆਇਆ? ਸ਼ੁਰੂ ਸੇ ਮਨ 'ਚ ਸੀਗਾ ਜੀ ਕੁਛ ਕਰਾਂ ਜੀ, ਕਿਉਂਕਿ ਮੈਂ ਬਚਪਨ ਦੇ ਵਿੱਚ ਵੀ ਛੋਟੇ ਮਿੱਟੀ ਸੀਮੈਂਟ ਵਗੈਰਾ ਨਾਲ ਖਿਡੌਣੇ ਬਣਾਉਂਦਾ ਰਹਿੰਦਾ ਸੀ। ਮੇਰੇ ਮਨ 'ਚ ਇਹੀ ਸੀਗਾ ਵੀ ਹੋਰ ਧਰਮਾਂ ਦੀ ਆਪਾਂ ਗੱਲ ਕਰਦੇ ਹਾਂ, ਜੈਸੇ ਕ੍ਰਿਸਚਨ ਧਰਮ ਹੈ, ਉਹਦੇ ਇਤਿਹਾਸ ਨੂੰ ਸਾਰੇ ਜਾਣਦੇ ਨੇ, ਬੱਚੇ ਵੀ ਜਾਣਦੇ ਨੇ। ਬਿਲਕੁਲ, ਉਹਨਾਂ ਨੇ ਸਾਰਾ ਆਪਣਾ ਇਤਿਹਾਸ ਸਾਰੀ ਦੁਨੀਆ 'ਚ ਫੈਲਾ ਚੁੱਕੇ ਨੇ ਜੀ। ਸਾਡੇ ਧਰਮ 'ਚ ਕੁਰਬਾਨੀਆਂ ਹੁਣ ਤੱਕ ਹੋ ਰਹੀਆਂ ਨੇ ਤੇ ਲੱਖਾਂ ਹੀ ਕੁਰਬਾਨੀਆਂ ਹੋ ਚੁੱਕੀਆਂ ਨੇ। ਸਾਡੇ ਇਤਿਹਾਸ ਨੂੰ ਸਾਡੇ ਬੱਚੇ ਵੀ ਨਹੀਂ ਜਾਣਦੇ ਜੀ। ਵੀ ਕੋਈ ਨਾ ਵੀ ਇਹੋ ਜਿਹਾ ਉਪਰਾਲਾ ਕਰਿਆ ਜਾਵੇ ਵੀ ਸਾਡੇ ਬੱਚੇ ਵੀ ਜਾਣ ਤੇ ਸਾਡੇ ਬੱਚਿਆਂ ਨਾਲ ਵੀ ਹੋਰ ਧਰਮਾਂ ਦੇ ਲੋਕ ਵੀ ਸਾਡੇ ਇਤਿਹਾਸ ਨੂੰ ਜਾਣਨ ਚਾਹੀਦੇ। ਕੀ ਬਾਤ ਹੈ, ਬਹੁਤ ਖੂਬ। ਇਸ ਕਰਕੇ ਮੈਂ ਮਨ 'ਚ ਸੀਗਾ ਵੀ ਪਹਿਲਾਂ ਮਨ 'ਚ ਸੋਚਦਾ ਸੀ ਵੀ ਇਸ ਤਰ੍ਹਾਂ ਦੀ ਕੋਈ ਧਾਰਮਿਕ ਫਿਲਮਾਂ ਬਣਾਈਆਂ ਜੀ, ਵੀ ਜਿਹਨਾਂ ਦੇ ਇਤਿਹਾਸ ਨੂੰ ਸਿਖਾਈ ਬਾਤ। ਫਿਰ ਉਹ ਸੋਚਦੇ ਸੀ ਕਰੋੜਾਂ ਰੁਪਏ ਫਿਲਮਾਂ 'ਤੇ ਲੱਗਦੇ ਨੇ ਜੀ, ਉਹ ਬਾਅਦ 'ਚ 2-4 ਮਹੀਨੇ ਸੁਨੀਵੇਂ 'ਚ ਲੱਗਦੀਆਂ ਨੇ, ਬਾਅਦ 'ਚ ਡੱਬੇ 'ਚ ਬੰਦ ਹੋ ਜਾਂਦੀਆਂ ਨੇ। ਬਿਲਕੁਲ। ਅਤੇ ਫਿਰ ਇੰਨਾ ਨਾ ਪੈਸਾ ਸੀ, ਨਾ ਹੈ ਸੀ ਕਿਸੇ ਪੈਸਾ ਵੀ ਮੇਨ ਹੁੰਦਾ, ਉਹ ਹੈ ਨਹੀਂ ਸੀ ਸਾਡੇ ਕੋਲ। ਫਿਰ ਮਨ ਸੋਚਿਆ ਵੀ ਇਸ ਤਰ੍ਹਾਂ ਕੋਈ ਮਿਊਜ਼ੀਅਮ ਬਣਾਇਆ ਜਾਵੇ ਵੀ ਜਿਹਦੇ 'ਚ ਜਦੋਂ ਵੀ ਦਿਲ ਕਰੇ ਆ ਕੇ ਦੇਖ ਸਕੇ। ਇੱਕ ਸਭ ਤੋਂ ਬੜੀ ਚੀਜ਼ ਮਿਊਜ਼ੀਅਮ ਬਣਾਵਾਂਗੇ ਅਤੇ ਰੱਖਾਂਗੇ ਫਰੀ ਬਿਲਕੁਲ ਹੀ। ਕੀ ਬਾਤ ਹੈ। ਕਿਉਂਕਿ ਕਈ ਲੋਕਾਂ ਦੀ ਗੁੰਜਾਇਸ਼ 5-10 ਰੁਪਏ ਟਿਕਟ ਵੀ ਲੈ ਕੇ ਸ਼ਾਇਦ ਨਹੀਂ ਅੰਦਰ ਆਉਂਦੇ, ਨਹੀਂ ਦੇਖਿਆ ਜਾ ਸਕਦਾ, ਅਤੇ ਫਰੀ ਰੱਖਾਂਗੇ। ਅਤੇ ਇਸ ਕਰਕੇ ਮੈਂ 2007 ਤੋਂ ਹੀ ਲੱਗ ਗਿਆ ਸੀ ਮਿਊਜ਼ੀਅਮ ਬਣਾਉਣ ਵਾਸਤੇ। ਮੈਂ ਤੁਹਾਡੇ ਇਸ ਕਾਰਜ ਵੱਲ ਵੀ ਆਵਾਂਗਾ, ਜਿਵੇਂ ਤੁਸੀਂ ਕਿਹਾ ਵੀ 2007 ਤੋਂ ਲੱਗ ਗਿਆ ਸੀ। ਥੋੜ੍ਹਾ ਜਿਹਾ ਮੈਂ ਤੁਹਾਡੇ ਬਚਪਨ ਵੱਲ ਜਾਣਨਾ ਚਾਹੁੰਦਾ ਕਿ ਤੁਹਾਨੂੰ ਕਿਤੋਂ ਪ੍ਰੇਰਨਾ ਮਿਲੀ ਜਾਂ ਕਿਤੇ ਨਾ ਪਿੱਛੇ ਕੋਈ ਤੁਹਾਡੇ ਜ਼ਿਹਨ ਵਿੱਚ ਜਾਂ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਇੰਸੀਡੈਂਟ ਵਾਪਰਿਆ ਕਿ ਮੈਂ ਆਪਣਾ ਸਿੱਖ ਇਤਿਹਾਸ ਹੀ ਪਬਲਿਕ ਸਾਹਮਣੇ ਪੇਸ਼ ਕਰਨਾ? ਬਸ ਪ੍ਰੇਰਨਾ ਇਹ ਸੀਗਾ, ਬਸ ਮਨ 'ਚ ਸੋਚਦੇ ਸੀ। ਹੋਰ ਵੀ TV ਚੈਨਲ ਵਗੈਰਾ, ਸੀਰੀਅਲ ਵਗੈਰਾ ਦੇਖਦੇ ਸੀ, ਮਤਲਬ ਹਿੰਦੂ ਧਰਮ ਦੇ ਵੀ ਅਤੇ ਆਪਣੇ ਕ੍ਰਿਸਚਨਾਂ ਦੇ ਦੇਖਦੇ ਸੀ। ਉਹਨਾਂ ਦੇ ਉਹ ਫਿਲਮਾਂ ਬਣਾਉਂਦੇ ਸੀ, ਕਾਰਟੂਨ ਬਣਾ ਕੇ ਦਿਖਾਉਂਦੇ ਨੇ। ਸਾਡੇ ਕਿਸੇ ਜ਼ਿਕਰ ਨਹੀਂ ਹੁੰਦਾ ਇਸ ਚੀਜ਼ ਦਾ ਜੀ। ਅਤੇ ਮਨ 'ਚ ਸੀਗਾ ਵੀ ਇੰਨੀਆਂ, ਹੁਣ ਅਸੀਂ ਜ਼ਿਆਦਾ ਦੂਰ ਨਾ ਜਾਈਏ। ਅਸੀਂ 84 ਦੀ ਗੱਲ ਕਰਦੇ ਹਾਂ, 84 ਦੇ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਉਹਦਾ ਵੀ ਮੇਰਾ ਖਿਆਲ ਸਾਡਾ ਕੋਈ ਸੰਭਾਲ ਨਹੀਂ ਸਕੇ ਜੀ ਉਸ ਚੀਜ਼ ਨੂੰ। ਅਤੇ ਵੀ ਕਿਉਂ ਨਾ ਵੀ ਇਹੋ ਜਿਹਾ ਬਣਾਇਆ ਜਾਵੇ, ਕਿਉਂਕਿ ਮੇਰੇ ਮਨ 'ਚ ਸੀ ਸਾਡਾ ਇਤਿਹਾਸ ਇੰਨਾ ਅਮੀਰ ਹੈ ਅਤੇ ਇੰਨੇ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ, ਅਤੇ ਕਾਰਨ ਕੀ ਹੈ ਵੀ ਕਿਉਂ ਨਹੀਂ ਲੋਕ ਜਾਣਦੇ ਜੀ। ਫਿਰ ਮੇਰੇ ਮਨ 'ਚ ਸੀ ਵੀ ਇਹਨੂੰ ਵੱਧ ਅਸੀਂ ਇਹਨੂੰ ਹਾਈਲਾਈਟ ਕਰੀਏ ਕਿਸ ਤਰੀਕੇ ਨਾਲ, ਕਿਵੇਂ ਕਰਾਂਗੇ। ਜਾਂ ਫਿਲਮਾਂ ਬਣਾਈ ਜਾ ਸਕਦੀਆਂ ਨੇ, ਫਿਲਮਾਂ 'ਚ ਰੋਲ ਨਹੀਂ ਅਸੀਂ ਕਰ ਸਕਦੇ ਕਿਸੇ ਇਸ ਤਰ੍ਹਾਂ ਦਾ, ਅਤੇ ਫਿਰ ਕੋਈ ਜੇ ਰੋਲ ਨਹੀਂ ਕਰਾਂਗੇ ਫਿਰ ਬਣਦਾ ਕੁਛ ਨਹੀਂ ਉਹਦਾ, ਨਾ ਲੋਕ ਦੇਖਣਗੇ। ਫਿਰ ਉਹ ਸੋਚਿਆ ਵੀ ਇਸ ਤਰ੍ਹਾਂ ਕਿ ਉਹਨਾਂ ਸਟੈਚੂ ਬਣਾਏ ਜਾਣ, ਸਟੈਚੂ ਬਣਾ ਕੇ ਫਿਰ ਮਿਊਜ਼ੀਅਮ 'ਚ ਰੱਖਾਂਗੇ। ਅਤੇ ਉਹਦੇ 'ਚ ਅਸੀਂ, ਕਿਉਂਕਿ ਪੇਂਟਿੰਗਾਂ ਵੀ ਚੰਗੀ ਗੱਲ ਹੈ ਜੇ ਆਪਾਂ ਕਿਤੇ ਇਤਿਹਾਸ ਸਮਝਾਉਂਦੇ ਕਹਾਣੀਆਂ ਦੇ ਰੂਪ ਦੇ ਵਿੱਚ, ਅਤੇ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਵੀ ਕੀ ਕਹਾਣੀ। ਪਰੰਤੂ ਜਦੋਂ ਅਸੀਂ ਧਰਮ ਦੇ ਕਾਰਜ ਵੱਲ ਵਧਦੇ ਹਾਂ ਅਤੇ ਸਾਨੂੰ ਪਿੱਛੇ ਨਾ ਪਿੱਛੇ ਸਾਡੀਆਂ ਰੋਹ ਰੀਤਾਂ ਖੜੀਆਂ ਨੇ, ਸਾਡੀ ਮਰਿਆਦਾ ਖੜੀ ਹੈ। ਤੁਹਾਨੂੰ ਨਹੀਂ ਕਿਤੇ ਲੱਗਿਆ ਕਿ ਮੈਂ ਇੰਨਾ ਵੱਡਾ ਕਾਰਜ ਕਰਨ ਜਾ ਰਿਹਾ ਧਰਮ ਦੇ ਸੰਬੰਧ ਵਿੱਚ, ਸਭਾ ਸੁਸਾਇਟੀਆਂ ਕੀ ਕਹਿਣਗੀਆਂ, ਜਥੇਬੰਦੀਆਂ ਕੀ ਕਹਿਣਗੀਆਂ? ਕਦੀ ਜ਼ਿਹਨ 'ਚ ਡਰ ਜਾਂ ਕੋਈ ਖਿਆਲ ਇਹੋ ਜਿਹਾ ਨਹੀਂ ਆਇਆ? ਨਹੀਂ, ਵੈਸੇ ਤਾਂ ਰੋਕ ਟੋਕ ਤਾਂ ਥੋੜ੍ਹੀ ਬਹੁਤੀ ਹੁੰਦੀ ਰਹਿੰਦੀ ਹੈ ਜੀ, ਪਰ ਮੈਂ ਸੋਚਿਆ ਸੀ ਅਸੀਂ ਗੁਰੂਆਂ 'ਤੇ ਨਹੀਂ ਬਣਾਵਾਂਗੇ ਜੀ। ਕਿਆ ਬਾਤ ਹੈ। ਕਿਉਂਕਿ ਆਪਣੇ ਜਿਹੜੇ 10 ਗੁਰੂ ਨੇ ਉਹਨਾਂ ਦੇ ਅਸੀਂ ਇਸ ਤਰ੍ਹਾਂ ਸਟੈਚੂ ਨਾ ਬਣਾਇਆ ਨਾ ਬਣਾਵਾਂਗੇ, ਬਹੁਤ ਖੂਬ। ਕਿਉਂਕਿ ਲੋਕੀ ਫਿਰ ਉਹਨਾਂ ਨੂੰ ਮਤਲਬ ਮੱਥੇ ਟੇਕਣ ਵਾਲੇ ਦੇ ਪੂਜਣ ਲੱਗ ਜਾਂਦੇ ਨੇ, ਅਤੇ ਉਹ ਫਿਰ ਬੇਅਦਬੀ ਜ਼ਿਆਦਾ ਹੁੰਦੀ ਹੈ ਜੀ।
ਤੇ ਇਸ ਕਰਕੇ ਜਿੰਨਾ ਅਸੀਂ ਕੰਮ ਹੁਣ ਤੱਕ ਕਰਿਆ ਸਿਰਫ ਸਿੰਘਾਂ ਦਾ ਕਰਿਆ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਤੇ ਅੱਗੇ ਵੀ ਜੋ ਕੰਮ ਕਰਾਂਗੇ ਉਹ ਵੀ ਅਸੀਂ ਇਹਨਾਂ ਦੇ ਇਤਿਹਾਸ ਤੇ ਹੀ ਕੰਮ ਕਰਾਂਗੇ ਜੋ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਸੱਚਮੁੱਚ ਬੜੀ ਵੱਡੀ ਸੋਚ ਹੈ ਸਰਦਾਰ ਪ੍ਰਵਿੰਦਰ ਸਿੰਘ ਤੁਹਾਡੀ। ਤੁਸੀਂ ਇੱਕ ਮਨ 'ਚ ਖਿਆਲ ਨਹੀਂ ਪੈਦਾ ਕੀਤਾ, ਸਗੋਂ ਧਰਮ ਦੇ ਵਿਰੋਧੀਤਾ ਨੂੰ ਨਾਲ ਲੈ ਕੇ ਚੱਲੇ ਹੋ। ਗੁਰੂ ਕੀ ਪਿਆਰੀ ਸਾਧ ਸੰਗਤ, ਤੇ ਮੈਂ ਥੋੜਾ ਜਿਹਾ ਇਹਨਾਂ ਦੀ ਗੱਲ ਨੂੰ ਹੋਰ ਵੱਡਾ ਕਰਨਾ ਚਾਹਾਂਗਾ। ਬੜੀ ਸੋਹਣੀ ਗੱਲ ਇਹਨਾਂ ਨੇ ਆਖੀ ਕਿ ਅਸੀਂ 10 ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਜਾਂ ਉਹਨਾਂ ਦੀਆਂ ਫੋਟੋਆਂ ਨਹੀਂ ਬਣਾਵਾਂਗੇ, ਕਿਉਂਕਿ ਜਦੋਂ ਅਸੀਂ ਸਿੱਖ ਸਿਧਾਂਤਾਂ ਵੱਲ ਝਾਤ ਮਾਰਦੇ ਹਾਂ, ਸਿੱਖ ਧਰਮ ਦੇ ਵਿੱਚ ਸ਼ਬਦ ਗੁਰੂ ਦੀ ਪ੍ਰਧਾਨਤਾ ਹੈ। ਸਰੀਰ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਫੋਟੋ ਨੂੰ ਥਾਂ ਦਿੱਤੀ ਗਈ ਹੈ। ਜਿਹੜੀਆਂ ਵੀ ਫੋਟੋਆਂ ਅਸੀਂ ਵੇਖਦੇ ਹਾਂ ਇਹ ਕਾਲਪਨਿਕ ਫੋਟੋਆਂ ਨੇ। ਗੁਰੂ ਕੇਵਲ ਇੱਕੋ ਹੈ, ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਅੱਜ ਪੂਰਾ ਸੰਸਾਰ, ਪੂਰਾ ਸਿੱਖ ਜਗਤ ਨਤਮਸਤਕ ਹੁੰਦਾ ਹੈ। ਸਰ ਪ੍ਰਵਿੰਦਰ ਸਿੰਘ, ਜੇਕਰ ਗੱਲ ਕਰੀਏ ਸਿੱਖ ਇਤਿਹਾਸ ਦੀ, ਤੁਸੀਂ ਆਖਿਆ ਕਿ ਸਿੰਘਾਂ ਦੀਆਂ ਅਸੀਂ ਸਟੈਚੂ ਤਿਆਰ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਅਸੀਂ ਕੁਰਬਾਨੀ ਵਾਲਾ ਪੱਖ ਅਸੀਂ ਸੰਗਤ ਨੂੰ ਵਿਖਾਉਂਦੇ ਹਾਂ। ਸਭ ਤੋਂ ਪਹਿਲੇ ਤੁਸੀਂ ਕਿਹੜਾ ਸਟੈਚੂ ਕਿਹੜੇ ਸਿੰਘ ਦਾ ਤਿਆਰ ਕਰਿਆ? ਮੈਂ ਜੀ ਕਰੀਬ 2000 ਸਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਸੀ। ਕੀ ਬਾਤ ਹੈ। ਉਹਨੂੰ ਫਿਰ ਅਸੀਂ 34 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪਲੇ ਕਰਿਆ ਤੇ ਸੰਗਤ ਨੇ ਬੜਾ ਪਸੰਦ ਕਰਿਆ ਜੀ। ਉਹ ਲੋਕਲ ਮੀਡੀਆ ਨੇ, ਅਖਬਾਰਾਂ ਨੇ ਵੀ ਉਹਦੀ ਖਬਰਾਂ ਲਗਾਈਆਂ ਤੇ ਮੈਨੂੰ ਬੜਾ ਹੌਸਲਾ ਬਣਿਆ। ਹੌਲੀ ਹੌਲੀ ਫਿਰ ਅਸੀਂ ਭਾਈ ਤਾਰੂ ਸਿੰਘ ਦਾ ਬਣਾਇਆ ਤੇ ਫਿਰ ਮਤੀ ਦਾਸ, ਇਸ ਤਰ੍ਹਾਂ ਹੌਲੀ ਹੌਲੀ ਕਰਦੇ ਕਰਦੇ ਅਸੀਂ ਗੁਰਦੁਆਰੇ 'ਚ ਡਿਸਪਲੇ ਕਰਦੇ ਰਹੇ। ਪਰ ਉਹ ਫਿਰ 1-2 ਮਹੀਨੇ ਰੱਖਦੇ ਸੀ, ਫਿਰ ਕਹਿੰਦੇ ਸਾਜੀ ਨੂੰ ਚੱਕ ਲੈ ਜਾਓ। ਫਿਰ ਚੱਕ ਕੇ ਅਸੀਂ ਕਿਸੇ ਹੋਰ ਗੁਰਦੁਆਰੇ ਸਾਹਿਬ 'ਚ ਰੱਖ ਦੇਣਾ, ਕਿਤੇ ਸਹਿਯੋਗ ਮਿਲਦਾ ਸੀ ਕਿਤੇ ਨਹੀਂ ਮਿਲਦਾ ਸੀ। ਤਾਂ ਅਖੀਰ 'ਚ ਫਿਰ ਸੋਚਿਆ ਵੀ ਕਿਉਂ ਨਾ ਅਸੀਂ ਆਪਣੀ ਕੋਈ ਕਿਰਾਏ 'ਤੇ ਜਗ੍ਹਾ ਵਗੈਰਾ ਲੈ ਕੇ ਨਾ ਉੱਥੇ ਅਸੀਂ ਇਸ ਤਰ੍ਹਾਂ ਮਿਊਜ਼ੀਅਮ ਬਣਾ ਲਈਏ, ਕਿਉਂਕਿ ਵਾਰ-ਵਾਰ ਚੱਕ ਥਲਦੇ ਜੋ ਟੁੱਟਦੇ ਸੀਗੇ ਇਹ। ਫਿਰ ਅਸੀਂ ਪਹਿਲਾਂ ਲਖਨੌਰ ਅਜਾਇਬ ਘਰ ਬਣਾਇਆ, ਉੱਥੇ 4.5 ਸਾਲ ਰਹੇ ਜੀ, ਕਿਰਾਏ 'ਤੇ ਜਗ੍ਹਾ ਲਈ ਸੀ। ਕੀ ਬਾਤ। ਤੇ ਹੁਣ ਇਹ ਬਲੌਂਗੀ ਦੇ ਵਿੱਚ, ਮੋਹਾਲੀ ਦੇ ਬਿਲਕੁਲ ਨੇੜੇ ਬਲੌਂਗੀ ਪਿੰਡ ਹੈ ਜੀ, ਉੱਥੇ ਮਿਊਜ਼ੀਅਮ ਬਣਿਆ ਹੋਇਆ। ਉਹ ਸਾਨੂੰ ਪੰਚਾਇਤ ਨੇ ਜਗ੍ਹਾ ਦਿੱਤੀ ਹੋਈ ਹੈ ਜੀ, ਉੱਥੇ ਅਸੀਂ ਟੈਂਪਰੇਰੀ ਸ਼ੈੱਡ ਪਾ ਕੇ ਉਹਦੇ 'ਚ ਮਿਊਜ਼ੀਅਮ ਬਣਾਇਆ ਹੋਇਆ ਜੀ ਆਪਣਾ। ਕੀ ਬਾਤ ਹੈ। ਸੱਚਮੁੱਚ ਜਦੋਂ ਅਸੀਂ ਸਰਦਾਰ ਪ੍ਰਵਿੰਦਰ ਸਿੰਘ ਜੀ ਦੀ ਵਿੱਦਿਆ ਤਾਲੀਮ ਵੱਲ ਜਾਂਦੇ ਹਾਂ, ਤੇ ਵਿੱਦਿਆ ਵੀ ਇੰਨੀ ਨਹੀਂ ਕਿ ਉਹ ਇੰਨਾ ਵੱਡਾ ਕਾਰਜ ਕਰ ਸਕਣ, ਪਰੰਤੂ ਜਿੱਥੇ ਜਨੂਨ ਹੋਵੇ, ਜਿੱਥੇ ਹੌਸਲਾ ਹੋਵੇ, ਉੱਥੇ ਆਉਣ ਵਾਲੀਆਂ ਮੁਸ਼ਕਲਾਂ ਵੀ ਮੂੰਹ ਅੱਡੀ ਖੜਦੀਆਂ ਨੇ, ਪਰੰਤੂ ਜਿਹੜੇ ਹੌਸਲੇ ਬੁਲੰਦ ਕਰਕੇ ਚੱਲਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਬੜੀ ਵੱਡੀ ਇੱਕ ਸੋਚ ਹੈ ਇਹਨਾਂ ਦੇ ਕੋਲ। ਵੱਖ-ਵੱਖ ਥਾਵਾਂ 'ਤੇ ਇਹ ਸ਼ਹੀਦ ਸਿੰਘਾਂ ਦੇ ਸਟੈਚੂ ਲੈ ਕੇ ਗਏ, ਜਿੰਨਾ ਕੁ ਸਮਾਂ ਉਹਨਾਂ ਨੇ ਰੱਖਿਆ, ਡਿਸਪਲੇ ਕੀਤਾ, ਸੰਗਤ ਨੇ ਇਤਿਹਾਸ ਨੂੰ ਗ੍ਰਹਿਣ ਕੀਤਾ। ਅੱਜ ਇਹ ਬਤੌਰ ਬਲੌਂਗੀ ਦੇ ਵਿੱਚ ਅਜਾਇਬ ਘਰ ਬਣਾ ਕੇ ਸਿੱਖ ਸੰਗਤ ਦੀ ਸੇਵਾ ਕਰ ਰਹੇ ਨੇ। ਸਰਦਾਰ ਪ੍ਰਵਿੰਦਰ ਸਿੰਘ, ਮੈਂ ਗੱਲ ਹੋਰ ਪੁੱਛਣਾ ਚਾਹਾਂਗਾ, ਜਦੋਂ ਅਸੀਂ ਸਿੰਘਾਂ ਦੀਆਂ ਕੁਰਬਾਨੀਆਂ ਅਸੀਂ ਸੰਗਤ ਸਾਹਮਣੇ ਦਿਖਾਉਂਦੇ ਹਾਂ, ਪੜ੍ਹਾਇਆ ਵੀ ਜਾਂਦਾ ਇਤਿਹਾਸ, ਲਿਖਿਆ ਵੀ ਜਾ ਰਿਹਾ ਨਵਾਂ ਇਤਿਹਾਸ ਸਾਡੇ ਵਿਦਵਾਨਾਂ ਦੇ ਵੱਲੋਂ, ਪਰੰਤੂ ਜਿਹੜਾ ਢੰਗ ਤੁਸੀਂ ਸਟਾਰਟ ਕੀਤਾ ਸਾਡੀ ਕੌਮ ਦੇ ਵਿੱਚ ਕਿ ਕੋਈ ਵੀ ਇੱਥੇ ਅਜਾਇਬ ਘਰ ਵਿੱਚ ਆਵੇ, ਇਤਿਹਾਸ ਨੂੰ ਵੇਖੇ ਤੇ ਉਹ ਰੂਪਮਾਨ ਹੋ ਸਕੇ, ਤੁਹਾਡੇ ਜ਼ਿਹਨ 'ਚ ਕਦੀ ਖਿਆਲ ਨਹੀਂ ਆਇਆ ਕਿ ਜੇਕਰ ਕਿਤੇ ਅਜਾਇਬ ਘਰ ਹਰ ਪਿੰਡ, ਹਰ ਸ਼ਹਿਰ 'ਚ ਹੁੰਦਾ ਤੇ ਸਾਡੇ ਨੌਜਵਾਨਾਂ ਨੂੰ ਲੋੜ ਨਹੀਂ ਸੀ ਇਤਿਹਾਸ ਦੱਸਣ ਦੀ, ਉਹ ਦੇਖ ਕੇ ਹੀ ਇਤਿਹਾਸ ਪੜ੍ਹ ਸਕਦੇ ਸਨ? ਨਹੀਂ, ਵੈਸੇ ਹੋਣਾ ਤਾਂ ਚਾਹੀਦਾ ਜੀ। ਵੈਸੇ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ, ਜੇ ਆਪਾਂ ਕਿਸੇ ਨੂੰ ਕਹਾਣੀ ਸੁਣਾਉਂਦੇ ਨਾ ਜੀ, ਜੇ ਆਪਾਂ ਵੈਸੇ ਗੱਲ ਕਰਦੇ, ਚਰਖੜੀਆਂ ਦੀ ਗੱਲ ਕਰਦੇ ਹਾਂ ਬੱਚਿਆਂ ਨੂੰ, ਵੀ ਚਰਖੜੇ ਚੜਾਇਆ ਗਿਆ, ਬਿਲਕੁਲ ਰੰਬੀ ਨਾਲ ਖੋਪੜੀ ਤਾਰੀ ਗਈ, ਤੇ ਬੱਚਿਆਂ ਨੂੰ 99% ਬੱਚਿਆਂ ਨੂੰ ਨਹੀਂ ਪਤਾ ਚਰਖੜੀ ਕਿਹਾ ਕਿਹਨੂੰ ਗਿਆ ਜੀ, ਕਿਹਾ ਕਿਹਨੂੰ ਗਿਆ। ਤੇ ਜੇ ਅਸੀਂ ਪੇਂਟਿੰਗ ਬਣਾਉਂਦੇ, ਪੇਂਟਿੰਗ ਇੰਨੀ ਪ੍ਰਭਾਵ ਨਹੀਂ ਪਾਉਂਦੀ ਜੀ। ਜੇ ਅਸੀਂ ਸਟੈਚੂ ਤਿਆਰ ਕਰਦੇ ਉਹ ਚਾਰੇ ਪਾਸੇ ਤੋਂ ਦਿਖਦਾ ਹੈਗਾ, ਇਸ ਕਰਕੇ ਚਰਖੜੀ ਮਹਿਸੂਸ ਹੁੰਦੀ ਹੈ, ਵੀ ਉਹ ਲੱਗਦਾ ਵੀ ਇਹ ਜਿਹੜਾ ਸੀਨ ਹੈ ਸਾਹਮਣੇ ਅੱਖਾਂ ਸਾਹਮਣੇ ਹੋ ਰਿਹਾ ਜੀ, ਅੱਖਾਂ ਸਾਹਮਣੇ ਜਿਹੜਾ ਕੁਝ ਕੀਤਾ ਜਾਂਦਾ ਉਹ ਜਲਦੀ ਸੈੱਟ ਕੀਤਾ ਜਾਂਦਾ ਹੈ। ਪ੍ਰੈਕਟੀਕਲ ਟਾਈਪ ਕੰਮ ਹੁੰਦਾ ਸਾਰਾ, ਪ੍ਰੈਕਟੀਕਲ ਲੱਗਦਾ ਵੀ ਸੱਚੀ ਸਾਡੇ ਸਾਹਮਣੇ ਹੋ ਰਹੇ ਨੇ, ਉਹ ਜ਼ਿਆਦਾ ਪ੍ਰਭਾਵ ਪਾਉਂਦੇ ਨੇ। ਜਦੋਂ ਅਸੀਂ ਤੁਹਾਡੇ ਅਜਾਇਬ ਘਰ ਵੱਲ ਨਿਗਾਹ ਮਾਰੀ, ਦੇਖਿਆ ਅਜਾਇਬ ਘਰ ਇੱਕ ਨਹੀਂ ਅਨੇਕਾਂ ਸਿੰਘਾਂ ਦੇ ਸਟੈਚੂ ਤੁਸੀਂ ਤਿਆਰ ਕੀਤੇ ਨੇ, ਕਿੰਨਾ ਕੁ ਸਮਾਂ ਲੱਗਦਾ ਇੱਕ ਸਟੈਚੂ ਤਿਆਰ ਕਰਨ 'ਤੇ? ਫਿਲਹਾਲ ਤਾਂ ਜੀ ਸਾਨੂੰ ਸਭ ਤੋਂ ਬੜੀ ਪ੍ਰੋਬਲਮ ਪੈਸੇ ਦੀ ਆਉਂਦੀ ਹੈ ਜੀ। ਜੇ ਪੈਸੇ ਇਕੱਠੇ ਜਲਦੀ ਹੋਣ ਤਾਂ ਅਸੀਂ ਜਲਦੀ ਤਿਆਰ ਕਰਦੇ। ਵੈਸੇ ਜਿਹੜੇ ਮੇਰੇ ਹੁਣ ਤੱਕ ਮਾਡਲ ਬਣੇ ਨੇ 5-6 ਮਹੀਨੇ ਇੱਕ ਸਟੈਚੂ ਤੇ ਲੱਗਦੇ ਨੇ ਮੇਰੇ ਬਣਾਉਣ 5 ਮਹੀਨਿਆਂ 'ਚ ਇੱਕ ਸਟੈਚੂ ਤਿਆਰ ਹੁੰਦਾ। ਠੀਕ ਹੈ ਜੀ। ਕਦੀ ਕੋਈ ਇਹੋ ਜਿਹੀ ਸੁਸਾਇਟੀ, ਕੋਈ ਇਹੋ ਜਿਹੀ ਜਥੇਬੰਦੀ ਤੁਹਾਡੇ ਕੋਲ ਪਹੁੰਚ ਕੀਤੀ ਕਿ ਤੁਸੀਂ ਅਜਾਇਬ ਘਰ ਨੂੰ ਹੋਰ ਐਸਟੈਬਲਿਸ਼ ਕਰੋ, ਤੁਹਾਨੂੰ ਅਸੀਂ ਫੰਡਿੰਗ ਕਰਾਂਗੇ? ਨਹੀਂ, ਵੈਸੇ ਤਾਂ ਕਾਫੀ ਆਏ ਨੇ ਜੀ, ਕਿਉਂਕਿ ਮੈਂ ਨਾ 2000 ਸਾਲ ਤੋਂ ਲੱਗੇ, ਕਰੀਬ 18 ਸਾਲ ਹੋ ਗਏ, ਤੇ ਕਾਫੀ ਸੰਸਥਾ ਵੀ ਆਈਆਂ ਨੇ, ਸੰਤ ਮਹਾਂਪੁਰਸ਼ ਵੀ ਸਾਡੇ ਕੋਲ ਆਏ ਨੇ। ਉਹ ਕਹਿੰਦੇ ਨੇ ਇਹਨੂੰ ਸਾਨੂੰ ਦੇ ਦਿਓ, ਅਸੀਂ ਸਾਡੇ ਅੰਡਰ ਕੰਮ ਕਰੋ ਜੀ ਇਹਨੂੰ। ਮੈਂ ਕਿਹਾ ਜੀ ਮੈਂ ਨਾ ਤਾਂ ਤਨਖਾਹ 'ਤੇ ਕੰਮ ਕਰਨਾ ਚਾਹੁੰਦਾ, ਨਾ ਮੈਂ ਕਿਸੇ ਦੇ ਅੰਡਰ ਕੰਮ ਕਰਨਾ ਚਾਹੁੰਦਾ। ਕਹਿੰਦੇ ਤੁਸੀਂ ਫਰੀ ਆ ਜਾਓ। ਮੈਂ ਕਿਹਾ ਜੀ ਮੈਂ ਫਰੀ ਤਾਂ ਸਿਰਫ ਆਪਣੇ ਮਿਊਜ਼ੀਅਮ 'ਤੇ ਹੀ ਕਰ ਸਕਦਾ ਕੰਮ, ਅਤੇ ਇਸ ਕਰਕੇ ਮੈਂ ਕਿਸੇ ਨਾਲ ਟਾਈਪ ਕਰ ਨਹੀਂ ਸਕਿਆ ਜੀ ਇਹ, ਕਿਉਂਕਿ ਜਿਹੜੇ ਮਨ ਦੇ ਵਿੱਚ ਜੋ ਮੇਰੀ ਸੋਚ ਹੈ ਜੀ, ਮੈਂ ਸ਼ਾਇਦ ਕਿਸੇ ਦੇ ਅੰਡਰ ਜਾਂ ਕਿਸੇ ਥੱਲੇ ਮੈਂ ਕੰਮ ਨਹੀਂ ਕਰ ਸਕਦਾ ਉਸ ਤਰ੍ਹਾਂ ਦਾ। ਜਦੋਂ ਇਹੋ ਜਿਹਾ ਇਤਿਹਾਸ ਸੰਗਤ ਸਾਹਮਣੇ ਰੱਖਣਾ ਹੋਵੇ, ਸੰਗਤ ਦੇ ਰੂਪਮਾਨ ਕਰਨਾ ਹੋਵੇ, ਤਾਂ ਸਾਨੂੰ ਇਤਿਹਾਸ ਪੜ੍ਹਨਾ ਪਵੇਗਾ, ਇਤਿਹਾਸ ਨਾਲ ਵਾਕਫੀਅਤ ਗ੍ਰਹਿਣ ਕਰਨੀ ਹੋਵੇਗੀ, ਆਪਣੇ ਜ਼ਿਹਨ 'ਚ ਉਸ ਇਤਿਹਾਸਕ ਪੰਨਿਆਂ ਨੂੰ ਪਾਲਣਾ ਹੋਵੇਗਾ। ਕੀ ਤੁਸੀਂ ਇਤਿਹਾਸ ਪਹਿਲਾਂ ਪੜ੍ਹਿਆ, ਜਾਂ ਜਿੰਨਾ ਕੋਈ ਇਤਿਹਾਸ ਪੜ੍ਹਿਆ, ਕੀ ਉਸ ਇਤਿਹਾਸ ਨੂੰ ਤੁਸੀਂ ਸਟੈਚੂ ਦੇ ਰਾਹੀਂ ਰੂਪਮਾਨ ਕਰ ਸਕੇ ਹੋ ਪੂਰਨ ਤੌਰ 'ਤੇ? ਨਹੀਂ, ਪੂਰਨ ਤੌਰ 'ਤੇ ਤਾਂ ਆਪਾਂ ਨਾ ਕਰਿਆ ਨਾ ਕਰ ਸਕਦੇ ਹਾਂ, ਕਿਉਂਕਿ ਇਤਿਹਾਸ ਸਾਡਾ ਬਹੁਤ ਵੱਡਾ ਜੀ। ਅਤੇ ਮੈਂ ਸਮਝਦਾ ਆਪਾਂ ਅਰਦਾਸ ਰੋਜ਼ਾਨਾ ਕਰਦੇ ਹਾਂ, ਸਵੇਰੇ ਸ਼ਾਮੀ ਵੀ ਕਰਦੇ ਹਾਂ, ਅਤੇ ਅਰਦਾਸ 'ਚ ਆਪਾਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ। ਬਿਲਕੁਲ ਜੀ। ਅਤੇ ਕੁਰਬਾਨੀਆਂ ਜ਼ਿਕਰ ਕਰਦੇ ਹਾਂ, ਅਤੇ ਆਪਾਂ ਸੁਣ ਕੇ ਭੁੱਲ ਜਾਂਦੇ ਸਾਰੀ ਚੀਜ਼ ਨੂੰ।
ਮੈਂ ਕਹਿੰਦਾ ਘੱਟੋ ਘੱਟ ਉਸ ਕੁਰਬਾਨੀ ਦਾ ਘੱਟੋ ਘੱਟ ਅਸੀਂ ਦਿਖਾ ਸਕੀਏ ਵੀ ਕਿਸ ਤਰ੍ਹਾਂ ਕੁਰਬਾਨੀਆਂ ਹੋਈਆਂ ਸੀ। ਚਰਖੜੀ ਦੀ ਗੱਲ ਕਰਦੇ, ਬੰਦ ਦੀ ਗੱਲ ਕਰਦੇ ਨੇ, ਬੱਚੇ ਟੋਟੇ ਗਲਾਂ 'ਚ ਹਾਰ ਪਾਏ ਬੀਬੀਆਂ ਦੇ, ਉਹਦੀ ਗੱਲ ਕਰਦੇ ਹਾਂ, ਆਰਿਆਂ ਚੀਰੇ ਦੀ ਗੱਲ ਕਰਦੇ ਹਾਂ ਵੀ ਇਹ ਇੱਕ ਪ੍ਰੈਕਟੀਕਲ ਕਿਵੇਂ ਹੋਇਆ ਹੋਣਾ ਉਸ ਟਾਈਮ। ਉਹ ਮਨ 'ਚ ਸੀਗਾ। ਫਿਰ ਉਹ ਮੈਂ ਉਸ ਤਰੀਕੇ ਨਾਲ ਮੈਂ ਕੰਮ ਕਰਦਾ ਰਿਹਾ ਜੀ, ਕਿਉਂਕਿ ਜਦ ਤੱਕ ਅਸੀਂ ਬੱਚਿਆਂ ਨੂੰ ਪ੍ਰੈਕਟੀਕਲ ਨਹੀਂ ਨਾ ਸਮਝਾਉਂਦੇ ਤਾਂ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਇਤਿਹਾਸ ਦਾ ਜੀ। ਹਾਂਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਮੈਨੂੰ ਇੱਥੇ ਇਹਨਾਂ ਦੇ ਵਿਚਾਰਾਂ ਤੋਂ ਬਾਅਦ ਵਿਦਵਾਨ ਦੇ ਉਹ ਬੋਲ ਚੇਤੇ ਆ ਰਹੇ ਨੇ, ਕਿਤੇ ਉਹ ਦਰਦ ਸਾਡੇ ਜ਼ਿਹਨ ਵਿੱਚ ਵੀ ਪੈਦਾ ਹੋ ਸਕੇ ਕਿ ਅਸੀਂ ਸਿੱਖੀ ਦੀ ਸ਼ਾਨ ਬਣ ਕੇ ਵਿਚਰਨਾ ਹੈ, ਤੇ ਤਾਂ ਵਿਚਰਾਂਗੇ ਜੇਕਰ ਅਸੀਂ ਪੰਥ ਪ੍ਰਤੀ, ਕੌਮ ਪ੍ਰਤੀ ਕੋਈ ਕਾਰਜ ਕਰਾਂਗੇ। ਉਹ ਵਿਦਵਾਨ ਦੇ ਬੋਲ ਅੱਜ ਵੀ ਕਿਤੇ ਨਾ ਕਿਤੇ ਸਾਨੂੰ ਟੁੰਬਦੇ ਨੇ, ਜਿਨ੍ਹਾਂ ਦੇ ਹਿਰਦਿਆਂ ਨੂੰ ਉਹ ਬੋਲ ਟੁੰਬੇ ਨੇ, ਤੇ ਉਹਨਾਂ ਨੇ ਕਮਰ ਕੱਸੇ ਕੱਸ ਲਏ। ਸਾਡੇ ਤੇ ਸਤਿਕਾਰਯੋਗ ਸਰਦਾਰ ਪਰਵਿੰਦਰ ਸਿੰਘ, ਉਹਨਾਂ ਨੇ ਕਮਰ ਕੱਸੇ ਤੇ ਉਸ ਇਤਿਹਾਸ ਨੂੰ ਰੂਪਮਾਨ ਕਰਨ ਵਾਸਤੇ ਦਿਨ ਰਾਤ ਇੱਕ ਕੀਤੀ ਪਈ ਹੈ। ਸੱਚਮੁੱਚ ਪਰਵਿੰਦਰ ਸਿੰਘ, ਤੁਹਾਡਾ ਵੱਡਮੁੱਲਾ ਕਾਰਜ ਹੈ। ਕਦੀ ਕੋਈ ਸਟੈਚੂ ਤਿਆਰ ਕਰਦੇ ਹੋਏ, ਮੰਨ ਲਓ ਤੁਸੀਂ ਭਾਈ ਤਾਰੂ ਸਿੰਘ ਦਾ ਸਟੈਚੂ ਤਿਆਰ ਕਰ ਰਹੇ ਹੋ, ਕਦੀ ਜ਼ਿਹਨ 'ਚ ਇਹੋ ਜਿਹਾ ਖਿਆਲ ਆਇਆ ਕਿ ਜੇਕਰ ਕਿਤੇ ਸੱਚਮੁੱਚ ਅੱਜ ਸਾਡੇ ਭਾਈ ਤਾਰੂ ਸਿੰਘ ਦਾ ਇਤਿਹਾਸ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ, ਕਿਤੇ ਨਾ ਕਿਤੇ ਸਾਡੀ ਕੌਮ ਦਾ ਮੂੰਹ ਮਾਂਦਰਾ ਕੁਝ ਹੋਰ ਹੋਣਾ ਸੀ? ਹਾਂਜੀ ਹਾਂ, ਬਿਲਕੁਲ ਜੀ। ਸਾਡਾ ਇੱਥੇ ਅਸੀਂ ਮਾੜੀ ਕਿਸਮਤ ਹੈ ਸਾਡੀ ਜੀ, ਅਸੀਂ ਇਤਿਹਾਸ ਨੂੰ ਬਣਾਈ ਤਾਂ ਜਾਂਦੇ, ਨਾ ਅੱਗੇ ਦਿਖਾਉਣਾ ਚਾਹੁੰਦੇ, ਨਾ ਸਮਝਾਉਣਾ ਚਾਹੁੰਦੇ ਬੱਚਿਆਂ ਨੂੰ ਜੀ। ਇਹ ਤਾਂ ਮੇਰੇ ਹਿਸਾਬ ਨਾਲ ਤਾਂ ਜੀ ਇਤਿਹਾਸ ਸਾਡਾ ਪਹਿਲੀ ਕਲਾਸ ਤੋਂ ਹੀ ਲੱਗ ਜਾਣਾ ਚਾਹੀਦਾ ਜੀ ਬੱਚਿਆਂ ਨੂੰ। ਇਤਿਹਾਸ ਨੂੰ ਸੋਧ ਕੇ ਦਿੱਤਾ, ਕਿਉਂਕਿ ਹਰ ਇੱਕ ਕਿਤਾਬ 'ਚ ਇਤਿਹਾਸ ਅਲੱਗ-ਅਲੱਗ ਤਰ੍ਹਾਂ ਦਾ ਲਿਖਿਆ ਹੋਇਆ ਜੀ। ਜ਼ਿਆਦਾਤਰ ਲੋਕੀ ਫਿਰ ਇਹ ਸਮਝਣ ਵੀ ਆਪਸ 'ਚ ਮੈਚ ਦਾ ਇਹਨਾਂ ਦਾ ਇਤਿਹਾਸ ਕਰਦੇ ਨਹੀਂ, ਸ਼ਾਇਦ। ਬਿਲਕੁਲ, ਮੈਂ ਤੁਹਾਡੇ ਇਸੇ ਸਵਾਲ ਵੱਲ ਆਉਣਾ ਚਾਹੁੰਦਾ ਸੀ। ਤੁਸੀਂ ਬੜੀ ਸੋਹਣੀ ਗੱਲ ਆਖੀ ਕਿ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਕਲਮਾਂ ਨੇ, ਪਰੰਤੂ ਇਤਿਹਾਸ ਉਹੀ ਪ੍ਰਮਾਣਿਤ ਮੰਨਿਆ ਜਾਂਦਾ ਜਿਹੜਾ ਇਤਿਹਾਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਉਤਰੇ, ਗੁਰਬਾਣੀ ਸਿਧਾਂਤਾਂ ਤੇ ਪੂਰਾ ਉਤਰੇ, ਉਹੀ ਇਤਿਹਾਸ ਹੈ। ਵਰਨਾ ਬਾਕੀ ਜੋ ਵੀ ਸਾਡੀ ਕੌਮ ਦੇ ਵਿੱਚ ਆ ਉਹ ਇਤਿਹਾਸ ਗਿਣਿਆ ਜਾਂਦਾ ਹੈ। ਤੁਸੀਂ ਇਤਿਹਾਸ ਪੇਸ਼ ਕਰ ਰਹੇ ਹੋ। ਭਾਈ ਤਾਰੂ ਸਿੰਘ ਦੀ ਮੈਂ ਗੱਲ ਕੀਤੀ ਸੀਗੀ, ਕਿਉਂਕਿ ਸਾਡੀਆਂ ਵਿਦਵਾਨਾਂ ਦੀਆਂ ਜਿਹੜੀਆਂ ਕਲਮਾਂ ਨੇ ਉਹ ਵੱਖ-ਵੱਖ ਤਰੀਕੇ ਤਰ੍ਹਾਂ ਚੱਲ ਰਹੀਆਂ ਨੇ, ਪਰੰਤੂ ਭਾਈ ਤਾਰੂ ਸਿੰਘ ਦੀ ਖੋਪਰ ਉਤਾਰੀ ਗਈ ਹਰ ਵਿਦਵਾਨ ਨੇ ਅਸੈਪਟ ਕੀਤਾ ਹੈ। ਪਰੰਤੂ ਖੋਪਰ ਉਤਾਰਨ ਤੋਂ ਬਾਅਦ, ਉਸ ਤੋਂ ਬਾਅਦ ਕੌਮ ਦਾ ਮੂੰਹ ਮਹਾਂਦਰਾ ਕਿਵੇਂ ਹੋਇਆ? ਕਦੀ ਇਹੋ ਜਿਹਾ ਵੀ ਖਿਆਲ ਆਇਆ ਕਿ ਹੁਣ ਇਤਿਹਾਸ ਮੈਂ ਪੇਸ਼ ਕਰ ਦਿੱਤਾ, ਕੁਰਬਾਨੀਆਂ ਦਾ ਇਤਿਹਾਸ ਮੈਂ ਪੇਸ਼ ਕਰ ਦਿੱਤਾ, ਇਸ ਤੋਂ ਬਾਅਦ ਸਾਡੀ ਕੌਮ ਨੇ ਕਿਹੜੀ ਦਿਸ਼ਾ ਗ੍ਰਹਿਣ ਕਰਨੀ ਹੈ? ਕਦੀ ਇਹਦੇ ਬਾਰੇ ਵੀ ਸੋਚਿਆ? ਦੇਖੋ, ਅਸੀਂ ਜਿੰਨਾ ਵੱਧ ਦਿਖਾਵਾਂਗੇ ਫਰਕ ਤਾਂ ਪੈਂਦਾ ਹੀ ਹੈ ਜੀ। ਜੇ ਅਸੀਂ ਪੜ੍ਹਾਉਂਦੇ ਹਾਂ, ਜੇ ਕਦੇ ਪੜ੍ਹਾਇਆ ਨਹੀਂ, ਦਿਖਾਇਆ ਨਹੀਂ, ਕਿਉਂਕਿ ਸਾਡੇ ਕੋਲ ਮਿਊਜ਼ੀਅਮ 'ਚ ਕਈ ਵਾਰੀ ਲੋਕੀ ਆ ਜਾਂਦੇ ਨੇ ਚੰਗੇ, ਜਿਹਨਾਂ ਅੰਮ੍ਰਿਤਧਾਰੀ ਵੀ ਹੁੰਦੇ ਨੇ, ਉਹ ਵੀ ਕਹਿੰਦੇ ਕਿ ਸਾਜੀ ਅਸੀਂ ਅੱਗੇ ਇਹ ਜਿਹਾ ਇਤਿਹਾਸ ਕਦੇ ਦੇਖਿਆ ਨਹੀਂ। ਹਾਲਾਂਕਿ 60 ਸਾਲ ਦੀ ਉਮਰ ਵੀ ਕਈਆਂ ਦੀ ਹੋਈ ਹੁੰਦੀ ਹੈ। ਉਹ ਕਹਿੰਦੇ 60 ਸਾਲ ਦੀ ਉਮਰ 'ਚ ਵੀ ਉਹਨਾਂ ਨੇ ਇਤਿਹਾਸ ਦੇਖਿਆ ਨਹੀਂ। ਇਹ ਸਾਡੀ ਤਦੇ, ਜੇ ਅਸੀਂ ਕੁਝ ਦਿਖਾਵਾਂਗੇ ਤਦੇ ਬੱਚੇ ਇਹ ਸਾਡੀ ਤਰਾਸ਼ਦੀ ਕਹਿ ਸਕਦੇ ਆ ਕਿ ਸਾਡੀ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਅਸੀਂ ਨਹੀਂ ਛਾਣ ਪਾਏ। ਬਿਲਕੁਲ, ਕਿਉਂਕਿ ਜਦ ਤੱਕ ਅਸੀਂ ਦਿਖਾਉਂਦੇ ਨਹੀਂ ਤੇ ਬੱਚਿਆਂ ਨੂੰ ਪਤਾ ਕਿਵੇਂ ਲੱਗੇਗਾ? ਅਸੀਂ ਬੱਚਿਆਂ ਨੂੰ ਪੁੱਛਦੇ ਤਾਂ ਹੈਗੇ, ਦੱਸਦੇ ਅਸੀਂ ਕੁਝ ਹੈ ਨਹੀਂ। ਪਹਿਲਾਂ ਦੱਸਾਂਗੇ ਤਦੇ। ਹੁਣ ਜੇ ਸਕੂਲ ਬੱਚੇ ਪੜ੍ਹਦੇ ਨੇ, ਪਹਿਲਾਂ ਜੇ ਬੱਚੇ ਟੀਚਰ ਪੜ੍ਹਾਉਂਦੇ ਨੇ ਤਾਂ ਹੀ ਉਹ ਪੇਪਰਾਂ 'ਚ ਮਤਲਬ ਉਹ ਕਰਦੇ ਨੇ, ਕੁਛ ਜੇ ਪੜ੍ਹਾਉਣਗੇ ਕੁਛ ਨਹੀਂ। ਅਸੀਂ ਕਹਿ ਲਓ ਕੁਐਸਚਨ ਪੇਪਰ ਅਸੀਂ ਦੇ ਦਿਓ, ਉਹਨਾਂ ਕੀ ਲਿਖਣਗੇ ਉਹ? ਬਿਲਕੁਲ, ਅਸੀਂ ਪੜ੍ਹਾਇਆ ਕੁਛ ਹੈ ਨਹੀਂ, ਪੁੱਛੀ ਅਸੀਂ ਜਾਂਦੇ ਇਤਿਹਾਸ ਦੇ ਬਾਰੇ 'ਚ। ਇਸ ਕਰਕੇ ਮੈਂ ਦੱਸਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਹਾਂਜੀ, ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਇਤਿਹਾਸ ਸੁਣਾਉਂਦੇ ਹਾਂ, ਸਾਨੂੰ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਵੀ ਇਤਿਹਾਸ ਨਾਲ ਸੰਬੰਧਿਤ, ਕੁਰਬਾਨੀਆਂ ਸੰਬੰਧਿਤ ਇੱਕ ਨਹੀਂ ਅਨੇਕਾਂ ਸਟੈਚੂ ਤਿਆਰ ਕੀਤੇ ਨੇ। ਹੁਣ ਜਦੋਂ ਅਸੀਂ ਸਟੈਚੂ ਤਿਆਰ ਕਰਨ ਤੋਂ ਬਾਅਦ ਸਾਡੇ ਕੋਲ ਨੌਜਵਾਨ ਵੀ ਆਉਂਦੇ ਨੇ, ਸਾਡੇ ਕੋਲ ਬਜ਼ੁਰਗ ਵੀ ਆਉਂਦੇ ਨੇ, ਉਹਨਾਂ ਦੇ ਵੀ ਕਾਫੀ ਸਵਾਲ ਹੋਣਗੇ ਤੁਹਾਡੇ? ਹਾਂਜੀ, ਬੱਚੇ ਵੀ ਕਰਦੇ, ਬਜ਼ੁਰਗ ਵੀ ਕਰਦੇ ਨੇ। ਬਸ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਚੀਜ਼ਾਂ ਦਾ ਵੀ ਇਹ ਸੱਚਮੁੱਚ ਸਾਡੀ ਕੌਮ ਦੇ ਵਿੱਚ ਹੋਇਆ ਸੀਗਾ। ਇਹ ਕਹਿੰਦੇ ਜੇ ਹੋਇਆ ਸੀ, ਅਸੀਂ ਅੱਗੇ ਦੇਖਿਆ ਤਾਂ ਕਦੇ ਹੈ ਨਹੀਂ। ਸਰਦਾਰ ਪਰਵਿੰਦਰ ਸਿੰਘ, ਜੇਕਰ ਸਿੱਖ ਅਜਾਇਬ ਘਰ ਦੀ ਗੱਲ ਕੀਤੀ ਜਾਵੇ, ਜਦੋਂ ਤੁਸੀਂ ਸਕੂਲ 'ਚ ਪੜ੍ਹਦੇ ਸੀ, ਆਖਿਆ ਕਿ ਮੈਂ ਮਿੱਟੀ ਨਾਲ, ਸੀਮਿੰਟ ਨਾਲ ਸਟੈਚੂ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਪਰੰਤੂ ਉਮਰ ਦੇ ਹਿਸਾਬ ਨਾਲ ਸੋਚ ਵੀ ਬਦਲਦੀ ਹੈ, ਖਿਆਲ ਵੀ ਬਦਲਦੇ ਨੇ। ਪਰੰਤੂ ਬਚਪਨ 'ਚ ਜੋ ਸੋਚ ਰੱਖੀ ਸੀ ਉਹ ਵਡੇਰੀ ਉਮਰ 'ਚ ਜਾ ਕੇ ਸੋਚ ਉਹੀ ਰਹੀ, ਤੇ ਇਹ ਸੋਚ ਨੇ ਸਗੋਂ ਇੱਕ ਨਵੀਂ ਮੁਕਾਮ ਹਾਸਲ ਕੀਤਾ, ਪੰਥ ਦੀ ਚੜ੍ਹਦੀ ਕਲਾ ਵਾਸਤੇ ਅਜਾਇਬ ਘਰ ਬਣਾਉਣ ਦਾ ਉਪਰਾਲਾ ਕੀਤਾ। ਆਖਰ ਇਹ ਕਿਉਂ? ਬਸ ਇਹੀ ਮਨ 'ਚ ਸੀਗਾ ਵੀ ਹੋਰ ਦਾ ਵੈਸੇ ਆਪਣੇ ਸਰ ਕੀਰਤਨ ਦਰਬਾਰ ਵੀ ਬੜੇ ਹੋ ਰਹੇ ਨੇ। ਬਿਲਕੁਲ, ਆਪਣੇ ਵੱਲੋਂ ਸਿੱਖ ਧਰਮ ਦਾ ਪ੍ਰਚਾਰ ਬਹੁਤ ਹੋ ਰਿਹਾ, ਜਿੰਨਾ ਕੁ ਵੀ ਗੁੰਜਾਇਸ਼ ਹੈ ਨਾ। ਸਾਰੇ ਸੰਸਥਾ ਵੀ ਕਰ ਰਹੇ ਨੇ, ਸਾਡੇ ਸੰਤ ਮਹਾਂਪੁਰਸ਼ ਵੀ ਕਰਦੇ ਨੇ, ਕਮੇਟੀਆਂ ਵੀ ਕਰਦੀਆਂ ਨੇ। ਬਿਲਕੁਲ ਜੀ, ਪਰ ਇਹ ਵੀ ਜ਼ਰੂਰੀ ਹੈਗਾ। ਪਰ ਮੈਂ ਸਮਝਦਾ ਜੋ ਸਾਡਾ ਇਤਿਹਾਸ ਦੀ ਗੱਲ ਨਹੀਂ ਕੋਈ ਕਰਦਾ, ਜੋ ਇਤਿਹਾਸ ਦੀ, ਜੋ ਕੁਰਬਾਨੀਆਂ ਦੀ ਗੱਲ ਬਹੁਤ ਘੱਟ ਲੋਕ ਕਰਦੇ ਨੇ। ਉਹ ਅਰਦਾਸ 'ਚ ਆਪਾਂ ਪੜ੍ਹਦੇ ਹਾਂ, ਉਹ ਪੜ੍ਹ ਲੈਂਦੇ, ਸੁਣ ਲੈਂਦੇ, ਬਸ ਉੱਥੇ ਤੱਕ ਸੀਮਿਤ ਹੈਗਾ। ਜੋ ਕੁਰਬਾਨੀਆਂ ਹੋਏ ਉਹਦੀ ਗੱਲ ਕੋਈ ਬਹੁਤ ਘੱਟ ਲੋਕੀ ਗੱਲ ਕਰਦੇ ਨੇ। ਅੱਜ ਕੱਲ੍ਹ ਦੁਨੀਆ ਦੇ ਵਿੱਚ ਹਰ ਜਿੰਨੇ ਵੀ ਧਰਮ ਪ੍ਰਚਲਿਤ ਨੇ, ਹਰ ਕੋਈ ਆਪਣੇ ਧਰਮ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਿਹਾ। ਬੜੇ ਇਹੋ ਜਿਹੇ ਦੇਸ਼ ਨੇ ਜਿੱਥੇ ਕਿ ਵੱਡੇ ਵੱਡੇ ਮਿਊਜ਼ੀਅਮ ਤਿਆਰ ਕੀਤੇ ਗਏ ਨੇ। ਕਿਤੇ ਇਹ ਵੀ ਖਿਆਲ ਆਇਆ ਕਿ ਉਹਨਾਂ ਦੇ ਮਿਊਜ਼ੀਅਮ ਤਿਆਰ ਹੋ ਚੁੱਕੇ, ਸਾਡਾ ਕੋਈ ਮਿਊਜ਼ੀਅਮ ਤਿਆਰ ਨਹੀਂ ਹੋਇਆ ਇਹੋ ਜਿਹਾ? ਹਾਂਜੀ ਹਾਂ, ਬਿਲਕੁਲ ਜੀ। ਹੋਰ ਧਰਮ ਦੀ ਗੱਲ ਕਰਦੇ, ਕ੍ਰਿਸਚਨ ਧਰਮ ਦਾ ਮਿਊਜ਼ੀਅਮ ਬਹੁਤ ਬਣੇ, ਹਿੰਦੂ ਧਰਮ ਨੇ ਵੀ ਮਿਊਜ਼ੀਅਮ ਬਣਾ ਚੁੱਕੇ ਨੇ, ਕ੍ਰਿਸਚਨਾਂ ਦੇ ਬਣ ਚੁੱਕੇ ਨੇ। ਪਰ ਸਿੱਖ ਧਰਮ ਦਾ ਮਿਊਜ਼ੀਅਮ ਕੋਈ ਬਣੇ ਬਹੁਤ ਨੇ ਜੀ। ਪਰ ਮੈਂ ਸਮਝਦਾ ਜਿਸ ਤਰ੍ਹਾਂ ਮੇਰੇ ਮਨ 'ਚ ਆ ਵੀ ਉਸ ਤਰ੍ਹਾਂ ਦਾ ਮਿਊਜ਼ੀਅਮ ਨਹੀਂ ਬਣਿਆ ਹੈਗਾ, ਕਿਉਂਕਿ ਅਨੰਦਪੁਰ ਸਾਹਿਬ ਵੀ ਸਿੱਖੀ ਵਿਰਾਸਤ ਦਾ ਬਣਿਆ ਹੋਇਆ ਜੀ। ਹੋਰ ਵੀ ਬੜੇ ਬਣ ਰਹੇ ਨੇ,
ਮੇਰਾ ਹਰੇਕ ਸ਼ਹਿਰ 'ਚ ਹੈਗੇ ਨੇ, ਛੋਟੇ ਮੋਟੇ ਤਾਂ ਹੈਗੇ ਨੇ, ਪੇਂਟਿੰਗ ਵਗੈਰਾ ਲੱਗੀਆਂ ਹੋਈਆਂ ਨੇ। ਪੇਂਟਿੰਗਸ ਪਰ ਇੱਕ ਮੇਰੇ ਹਿਸਾਬ ਨਾਲ ਤਾਂ ਇੱਕ ਫਾਰਮੈਲਿਟੀ ਟਾਈਪ ਕਰਿਆ ਹੋਇਆ ਜੀ ਸਾਰਾ ਕੰਮ, ਜੋ ਅਸਲੀ ਜੜ੍ਹਾਂ ਨਹੀਂ ਸਾਡੇ ਦਿਖਾ ਰਹੇ ਕੋਈ ਵੀ। ਤੁਹਾਡੇ ਅਜਾਇਬ ਘਰ ਵਿੱਚ ਬੱਚੇ ਵੀ ਆਉਂਦੇ ਨੇ, ਬਜ਼ੁਰਗ ਵੀ ਆਉਂਦੇ ਨੇ, ਨੌਜਵਾਨ ਵੀ ਆਉਂਦੇ ਨੇ, ਤੇ ਜੇਕਰ ਉਹ ਆ ਰਹੇ ਨੇ ਤੇ ਉਹਨਾਂ ਦੇ ਜ਼ਹਿਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਹੋਣਗੇ, ਫਿਰ ਤੁਸੀਂ ਕਿਵੇਂ ਉਹਨਾਂ ਦੇ ਸਵਾਲਾਂ ਨਾਲ ਨਜਿੱਠਦੇ ਹੋ? ਪਹਿਲਾਂ ਤਾਂ ਇਹ ਵਾਰ-ਵਾਰ ਹੈਰਾਨ ਹੋਈ ਜਾਂਦੇ ਜਿਨ੍ਹਾਂ ਨੇ ਇਤਿਹਾਸ ਦੀ ਘੱਟ ਨੌਲੇਜ ਹੁੰਦੀ ਹੈ ਵੀ ਇਹ ਜਿਹੜਾ ਤੁਸੀਂ ਇਤਿਹਾਸ ਜੀ। ਸਿਖਾਉਂਦੇ ਸਾਰੇ ਤਾਂ ਕਦੇ ਦੇਖਿਆ ਨਹੀਂ ਹੈਗਾ। ਮੈਂ ਕਿਹਾ ਜੀ ਅਸੀਂ ਦਿਖਾਵਾਂ ਤਾਂ ਹੀ ਤੁਸੀਂ ਦੇਖੋਗੇ। ਬਿਲਕੁਲ। ਬੱਚੇ ਵੀ ਫਿਰ ਹੈਰਾਨ ਜਿਹੇ ਹੋਏ, ਕਈ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਵੀ ਤੁਸੀਂ ਝੂਠੀਆਂ ਕਹਾਣੀਆਂ ਬਣਾਈਆਂ ਸਾਰੀਆਂ। ਵੀ ਕਿਵੇਂ ਦੱਸਦੇ ਉਹਨਾਂ ਨੂੰ ਇਹ ਸੱਚਮੁੱਚ ਇਹ ਰੱਖਣੀਆਂ ਤੇ ਚੜ੍ਹੇ ਨੇ ਸਾਡੀ ਕੌਮ ਦਾ ਹਿੱਸਾ ਨੇ। ਫਿਰ ਅਸੀਂ ਉਹਨਾਂ ਨੂੰ ਦੱਸਦੇ ਵੀ ਜਿੱਥੇ ਕੁਰਬਾਨੀਆਂ ਹੋਈਆਂ ਸੀ ਜਗ੍ਹਾ ਅਜੇ ਮੌਜੂਦ ਵੀ ਹੈਗੇ ਨੇ, ਕੁਝ ਲਾਹੌਰ 'ਚ ਨੇ ਜੋ ਪਾਕਿਸਤਾਨ ਦਾ ਹਿੰਦੁਸਤਾਨ ਦਾ ਹਿੱਸਾ ਸੀਗਾ, ਦਿੱਲੀ 'ਚ ਵੀ ਕੁਝ ਇਸ ਤਰ੍ਹਾਂ ਹੋਏ ਨੇ ਕੁਰਬਾਨੀਆਂ ਸਾਰੀਆਂ। ਬਾਕੀ ਸੰਨ ਪ੍ਰੋਪਰ ਇਹਨਾਂ ਦੇ ਬਣੇ ਹੋਏ ਨੇ ਵੀ ਇੰਨੇ ਸੰਨ ਦੇ ਵਿੱਚ ਇਹ ਕੁਰਬਾਨੀਆਂ ਸਾਰੀਆਂ ਹੋਈਆਂ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਸੱਚਮੁੱਚ ਜਦੋਂ ਅਸੀਂ ਇਹੋ ਜਿਹੇ ਬੱਚਿਆਂ ਦੇ ਸਵਾਲ ਪੁੱਛਦੇ ਹਾਂ ਤੇ ਬੱਚੇ ਵੀ ਸਾਨੂੰ ਪੁੱਛਦੇ ਨੇ ਕਿ ਸੱਚਮੁੱਚ ਸਾਡੇ ਕੌਮ ਦੇ ਮਰਜੀਵੜੇ ਯੋਧੇ ਨੇ। ਜਿਵੇਂ ਸਾਡੇ ਅਤੀ ਸਤਿਕਾਰਯੋਗ ਸਰਦਾਰ ਪ੍ਰਵਿੰਦਰ ਸਿੰਘ ਦੱਸਿਆ ਕਿ ਸਾਨੂੰ ਬੱਚੇ ਸਵਾਲ ਕਰਦੇ ਨੇ ਕਿ ਇਹ ਸੱਚਮੁੱਚ ਹੋਇਆ ਹੈ, ਜੋ ਤੁਸੀਂ ਦਿਖਾ ਰਹੇ ਹੋ, ਜੋ ਸਾਨੂੰ ਪੇਸ਼ ਕਰ ਰਹੇ ਹੋ ਬਿਲਕੁਲ ਝੂਠ ਹੈ, ਕਿਵੇਂ ਵਿਸ਼ਵਾਸ ਕੀਤਾ ਜਾਵੇ? ਕਿਉਂਕਿ ਇਹ ਸਾਡੀ ਆਪਣੀ ਨਲਾਇਕੀ ਹੈ। ਅਸੀਂ ਆਪਣੀ ਕੌਮ ਦੇ ਮਰਜੀਵੜਿਆਂ ਦਾ ਉਹ ਲਾਸਾਨੀ ਤੇ ਖੂਨੀ ਇਤਿਹਾਸ ਦੁਨੀਆ ਸਾਹਮਣੇ ਪੇਸ਼ ਨਹੀਂ ਕਰ ਸਕੇ। सचमुच किसी ने गल बिल्कुल सोहनी आखी है, तिफल से आई क्या माँ बाप के किरदार की, दूध तो डिब्बे का है तालीम है सरकार की। सचमुच असी अपने वडमुले फर्ज तो वेसले हो चुके जेकर सचमुच असी अपने बच्चों को दस्सिया हुंदा कि साडे रोल मॉडल बाबा जोरावर सिंह, बाबा फतेह सिंह, भाई मनी सिंह वर्गे ने, शायद अज साडे बच्चे ये सवाल ना करते कि जो तुसीं सानूं दिखा रहे हो बिल्कुल झूठ है। पिंदर सिंह जी, तुसीं हत्थी किरत भी करते हो, पता लग्या कि तुसीं स्कूटर मकैनिक हो, परंतु स्कूटर मकैनिक तो बाद एकदम बिना कोई स्टडी किते, बिना इतिहास की वाकिफियत ग्रहण किते, एकदम पंथ का दर्द हिरदे च जाग गया। गुरु बख्शिश ही कह सकते हैं, गुरु की रहमत ही कह सकते हैं कि तुसीं अज इन्ना वड्डा अजायब घर स्थापित कर दिता। हुण अगला मुकाम की है? देखो जी, गल इस तरह एक सोच सी भी, क्योंकि मकैनिक मैं सोचता करता सी ये तो कोई होर भी कर लेगा, तो मैं यही सोचता सी भी साडे इतिहास में जान क्यों नहीं रहे, की कारण की हैगा। शुरू तो यही मन च हुंदा सीगा भी इतिहास में वध दिखाईए। फिर सोचा सी फिल्मां दा फिर खर्चा ना इन्ना पैसा ना होने करके असीं वो नहीं कर सके। फिर मैं कहा चलो इस तरह म्यूजियम बनाइए कोई। इस गुरुबाणी का सिद्धांत है, साडे गुरु घर का सिद्धांत है, गुरसिੱਖੀ का सिद्धांत है, निश्चय कर अपनी जीत करो। इन्ना वड्डा तुसीं अजायब घर स्थापित किया, इन्ने स्टैचू बनाए, पूरी जिंदगी तुसीं अपनी इस स्टैचू बनाने ते लगा दी, इतिहास नूं रूपमान करन ते ला दी। हुण किते प्राप्ति हो रही, किते लग रहा कि सचमुच जो मैं कार्य किया सी ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਬੜਾ ਵੱਡਾ ਬਹੁਤ ਕੁਝ ਪ੍ਰਾਪਤ ਹੋ ਰਿਹਾ ਇੱਥੋਂ। ਹਾਂਜੀ, ਜਿੰਨਾ ਕੁ ਮੈਂ ਕੰਮ ਕਰਿਆ ਜੀ, ਜਿੰਨੇ ਕੁ ਸੰਗਤ ਨੇ ਆ ਕੇ ਦੇਖਿਆ ਹੈਗਾ, ਬੜਾ ਹੌਸਲਾ ਦਿੰਦੀਆਂ ਨੇ, ਬੜਾ ਪਸੰਦ ਵੀ ਕਰਦੀਆਂ ਨੇ। ਮੈਂ ਸਮਝਦਾ ਵੀ ਸਾਡੇ ਕੋਲ ਆਮ ਤੌਰ 'ਤੇ ਜਿੱਥੇ ਅਸੀਂ ਬੈਠੇ ਹਾਂ, ਬਲੌਂਗੀ ਪਿੰਡ ਮੋਹਾਲੀ ਦੇ ਬਿਲਕੁਲ ਨੇੜੇ ਪੈਂਦਾ ਜੀ, ਉੱਥੇ ਤਕਰੀਬਨ 90% ਗੈਰ ਸਿੱਖ ਰਹਿੰਦੇ ਨੇ ਜ਼ਿਆਦਾ ਜੀ, ਤੇ ਹੋਰ ਜਾਤਾਂ ਨੇ ਜ਼ਿਆਦਾ, ਉਹ ਆਉਂਦੀਆਂ ਨੇ, ਬੜਾ ਪਸੰਦ ਵੀ ਕਰਦੀਆਂ। ਆਪਣੇ ਅਸੀਂ ਅੰਦਰ ਇਹਨੂੰ ਚਲਾਉਣ ਲਈ ਛੋਟੀ ਜਿਹੀ ਗੋਲਕ ਲਗਾਈ ਹੋਈ ਹੈ, ਉਹਦੇ ਮੁਤਾਬਿਕ ਥੋੜੇ ਆਪਣੇ ਕੋਈ ਤਿਲਫੁਲ ਆਪਣਾ ਭੇਟਾ ਪਾ ਜੇ ਤਾਂ ਉਸ ਨਾਲ ਸਾਰਾ 5-10 ਰੁਪਏ ਪਾਉਂਦੀਆਂ ਵੀ ਨੇ, ਤੇ ਕੁਝ ਮੈਂ ਛੋਟੇ ਮੋਟੇ ਆਰਡਰ ਵੀ ਕਰ ਲੈਂਦਾ। ਉਹ ਤੇ ਜਿਹੜਾ ਮਿਊਜ਼ੀਅਮ ਚੱਲਦਾ ਰਹਿੰਦਾ ਸਾਡਾ ਜੀ, ਕਿਉਂਕਿ ਮੈਂ ਜ਼ਿਆਦਾ ਨਹੀਂ, ਮੈਂ ਆਪ ਹੀ ਹੱਥੀਂ ਕੰਮ ਕਰਦਾ, 1-2 ਵਰਕਰ ਨਾਲ ਹੁੰਦੇ ਨੇ, ਇਸ ਕਰਕੇ ਚੱਲਦਾ ਰਹਿੰਦਾ ਥੋੜਾ ਬਹੁਤਾ ਜਿੰਨਾ ਕੁ ਮੈਨੂੰ ਲੋੜ ਹੁੰਦੀ ਹੈ। ਯਾਨੀ ਕਿਤੇ ਨਾ ਕਿਤੇ ਇਹ ਸੁਪਨਾ ਸੱਚ ਹੁੰਦਾ ਸਾਬਤ ਹੋ ਰਿਹਾ ਕਿ ਮੈਂ ਆਪਣੇ ਲਾਸਾਨੀ ਇਤਿਹਾਸ ਨੂੰ, ਆਪਣੀ ਵਿਰਾਸਤ ਨੂੰ ਸੰਗਤ ਦੇ ਰੂਪ ਬਣ ਕਰ ਰਿਹਾ। ਕੋਈ ਇਹੋ ਜਿਹਾ ਖਿਆਲ, ਕੋਈ ਇਹੋ ਜਿਹਾ ਸੁਪਨਾ ਹਜੇ ਤੱਕ ਤੁਹਾਡਾ ਪੂਰਾ ਨਾ ਹੋਇਆ ਹੋਵੇ? ਅਜਾਇਬ ਘਰ ਬਣ ਚੁੱਕਾ, ਹੁਣ ਅਜਾਇਬ ਘਰ 'ਚ ਅਗਲੀ ਜਿਹੜੀ ਪ੍ਰਾਪਤੀ ਹੈ ਕਿ ਨੌਜਵਾਨਾਂ ਨੂੰ ਕੁਝ ਹੋਰ ਵੀ ਦਿੱਤਾ ਜਾ ਸਕੇ ਨਵਾਂ ਕੋਈ? ਮੇਰਾ ਸੁਪਨਾ ਤਾਂ ਜੀ ਬਹੁਤ ਵੱਡਾ, ਵੈਸੇ ਤਾਂ ਖੈਰ ਵਾਹਿਗੁਰੂ ਨੂੰ ਚਾਹੇ ਤਾਂ ਪੂਰਾ ਹੋ ਵੀ ਜਾਏਗਾ ਜਿੰਨਾ ਵੀ ਹੋਇਆ। ਤੇ ਕਿਉਂਕਿ ਜਿੰਨੀਆਂ ਕੁਰਬਾਨੀਆਂ ਮੇਰਾ ਖਿਆਲ ਸਿੱਖ ਧਰਮ 'ਚ ਹੋਈਆਂ ਤੇ ਹੋ ਰਹੀਆਂ ਨੇ, ਮੇਰਾ ਖਿਆਲ ਸ਼ਾਇਦ ਕਿਸੇ ਧਰਮ 'ਚ ਨਹੀਂ ਹੋਈਆਂ। ਬਿਲਕੁਲ ਜੀ, ਅਸੀਂ ਜ਼ਿਆਦਾ ਦੂਰ ਨਾ ਜਾਈਏ, 84 ਦੇ ਵਿੱਚ ਉਹ ਸਾਡੇ ਅੱਖੀ ਸਾਹਮਣੇ ਸਾਰੇ ਕੰਮ ਹੋਏ ਹੋਏ ਨੇ ਜੀ। ਹਰਮੰਦਰ ਸਾਹਿਬ ਦਾ ਅਟੈਕ ਹੋਇਆ, ਸਾਡੇ ਸਾਹਮਣੇ ਹੋਇਆ ਜੀ। ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਕਤਲ ਕਰਤੇ ਗਏ, ਉਹ ਵੀ ਸਾਡੇ ਸਾਹਮਣੇ ਹੋਏ ਨੇ। ਪਰ ਮੈਂ ਸਮਝਦਾ ਵੀ ਉਹਨਾਂ ਅਸੀਂ ਕੁਰਬਾਨੀਆਂ ਦੇਤੀਆਂ, ਸਭ ਕੁਝ ਹੋ ਗਿਆ, ਪਰ ਅਸੀਂ ਸੰਭਾਲਿਆ ਕੁਛ ਨਹੀਂ ਹੈਗਾ। ਅੱਜ ਮੇਰੇ ਖਿਆਲ 'ਚ ਕਿਸੇ ਵੀ ਮਿਊਜ਼ੀਅਮ ਦੇ ਵਿੱਚ ਉਸ ਤਰ੍ਹਾਂ ਦਾ ਕੁਝ ਸੰਭਾਲ ਕੇ ਰੱਖਿਆ ਨਹੀਂ ਹੋਇਆ। ਜਾਂ ਤਾਂ ਘੱਟੋ ਘੱਟ ਇਹ ਉਸ ਤਰ੍ਹਾਂ ਦੇ ਮਾਡਲ ਦੇ ਰੂਪ 'ਚ ਬਣਾਏ ਜਾ ਸਕਦੇ ਸੀ ਸਾਰੇ, ਜਾਂ ਅਨੰਦਪੁਰ ਸਾਹਿਬ ਉੱਥੇ ਲਗਾਏ ਜਾ ਸਕਦੇ ਸੀ। ਪਰ ਮੈਂ ਸੋਚਦਾ ਵੀ ਜੇ ਉਹ ਨਹੀਂ ਕਰਦੇ, ਅਸੀਂ ਆਪਣੇ ਤੌਰ 'ਤੇ ਬਣਾਏ ਜਾ ਸਕਦੇ, ਅਸੀਂ ਆਪਣੇ ਮਿਊਜ਼ੀਅਮ ਜ਼ਰੂਰ ਬਣਾ ਕੇ ਰੱਖਾਂਗੇ ਜੀ। ਬਾਕੀ ਮੈਂ ਸੰਗਤ ਨੂੰ, ਸਿੱਖ ਸੰਗਤ ਨੂੰ ਤੇ ਕਮੇਟੀਆਂ ਨੂੰ ਜਾਂ ਸੰਸਥਾ ਨੂੰ ਅਪੀਲ ਕਰਨੀ ਚਾਹੂੰਗਾ ਵੀ ਸਾਨੂੰ ਸਹਿਯੋਗ ਦਿਓ ਤੇ ਅਸੀਂ ਵੀ ਇਸ ਤਰ੍ਹਾਂ ਮਿਊਜ਼ੀਅਮ ਬਣਾ ਸਕੀਏ ਜੋ ਜਿਹਦੇ ਅਸੀਂ ਵੱਧ ਤੋਂ ਵੱਧ ਅਸੀਂ ਮਾਡਲਾਂ ਦੇ ਰੂਪ ਦੇ ਵਿੱਚ ਸਿੱਖ ਇਤਿਹਾਸ ਨੂੰ ਦੱਸ ਸਕੀਏ ਸਾਡੇ ਨੌਜਵਾਨ ਪੀੜ੍ਹੀ ਨੂੰ। ਸਾਜਨ ਪ੍ਰਵਿੰਦਰ ਸਿੰਘ ਜੀ, ਗੁਰੂ ਪਾਤਸ਼ਾਹ ਅੱਗੇ ਅਰਦਾਸ ਕਿ ਤੁਹਾਡਾ ਸੁਪਨਾ ਜਲਦੀ ਪੂਰਾ ਹੋਵੇ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਉਹ ਸੱਚਮੁੱਚ ਸਾਡਾ ਆਪਣਾ ਵੱਡਮੁੱਲਾ ਫਰਜ਼ ਬਣਦਾ ਹੈ। ਸਾਡੀ ਕੌਮ ਨੇ ਇੱਕ ਨਹੀਂ ਅਨੇਕਾਂ ਘੱਲੂਘਾਰਿਆਂ ਦੇ ਵਿੱਚੋਂ ਆਪਣੇ ਆਪ ਨੂੰ ਲੰਘਾਇਆ ਹੈ,
ਪਰੰਤੂ ਬੜੇ ਹੈਰਾਨੀ ਹੁੰਦੇ ਆ ਜਦੋਂ ਅਸੀਂ ਇੰਨੇ ਘੱਲੂਕਾਰੇ ਜਿਸ ਕੌਮ ਦੇ ਉੱਪਰ ਵਾਪਰੇ ਹੋਣ, ਇੰਨਾ ਤਸ਼ੱਦਦ ਜਿਸ ਕੌਮ ਦੇ ਉੱਪਰ ਹੋਇਆ ਹੋਵੇ, ਪਰੰਤੂ ਉਹ ਕੌਮ ਆਪਣੇ ਇਤਿਹਾਸ ਵਿੱਚ ਸਾਂਭਣ ਵਿੱਚ ਅਵੇਸਲੀ ਰਹੀ ਹੋਵੇ। ਸੋ ਗੁਰੂ ਕਿਰਪਾ ਕਰੇ ਅਸੀਂ ਆਪਣੀ ਕੌਮ ਦੇ ਵਡਮੁੱਲੇ ਇਤਿਹਾਸ ਨੂੰ ਸਾਂਭੀਏ, ਆਪਣੀ ਵਿਰਾਸਤ ਨੂੰ ਸਾਂਭੀਏ। ਜਿਸ ਅਜਾਇਬ ਘਰ ਦੀ ਅਸੀਂ ਗੱਲ ਕਰ ਰਹੇ ਸਾਂ, ਆਓ ਹੁਣ ਚੱਲਦੇ ਹਾਂ ਉਸ ਅਜਾਇਬ ਘਰ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਸਾਡਾ ਇਤਿਹਾਸ, ਸਾਡਾ ਵਿਰਸਾ ਰੂਪਮਾਨ ਹੁੰਦਾ ਹੈ। 1469 ਤੋਂ ਲੈ ਕੇ ਸਨ 1708 ਤੱਕ ਉਹਨਾਂ ਮਰਜੀਵੜੇ ਯੋਧਿਆਂ ਦਾ, ਅਤੇ 1708 ਤੋਂ ਲੈ ਕੇ ਸਾਡੇ ਸਿੱਖੀ ਰਾਜ ਤੱਕ ਨਹੀਂ ਸਗੋਂ ਮੌਜੂਦਾ ਸਮੇਂ ਤੱਕ ਜਿੱਥੇ ਸਾਡੇ ਮਰਜੀਵੜੇ ਯੋਧਿਆਂ ਨੇ, ਸ਼ਹੀਦ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਪੂਰਾ ਇਤਿਹਾਸ ਉਸ ਅਜਾਇਬ ਘਰ ਵਿੱਚ ਆ। ਆਓ ਉਸ ਅਜਾਇਬ ਘਰ ਵਿੱਚ ਪ੍ਰਵੇਸ਼ ਕਰਦੇ ਹਾਂ। ਸੋ ਇਹ ਸੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਉਹ ਅਜਾਇਬ ਘਰ ਜੋ ਸਾਡੇ ਅਤੀ ਸਤਿਕਾਰਯੋਗ ਸਿੱਖ ਪੰਥ ਦੀ ਸ਼ਾਨ, ਸਾਡੀ ਸਿੱਖੀ ਦੀ ਸ਼ਾਨ ਸਰਦਾਰ ਪ੍ਰਵਿੰਦਰ ਸਿੰਘ ਜੀ ਨੇ ਆਪਣੀ ਮਿਹਨਤ ਦੇ ਸਦਕਾ ਤਿਆਰ ਕੀਤਾ ਹੈ। ਸੱਚਮੁੱਚ ਰੋਂਗਟੇ ਖੜੇ ਹੋ ਜਾਂਦੇ ਨੇ ਜਦੋਂ ਅਸੀਂ ਇਤਿਹਾਸ ਦੇ ਇਹਨਾਂ ਸਟੈਚੂਆਂ ਦੇ ਰੂਪਮਾਨ ਹੁੰਦੇ ਆ। ਕਿੱਥੇ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾ ਰਹੀ ਹੈ, ਕਿੱਥੇ ਸਿੰਘ ਚਰਖੇ ਚੜ੍ਹ ਰਹੇ ਨੇ, ਕਿੱਥੇ ਸਿੰਘਾਂ ਦੇ ਬੰਦ ਕੱਟੇ ਜਾ ਰਹੇ ਨੇ, ਕਿੱਥੇ ਸਾਹਿਬਜ਼ਾਦੇ ਨੀਹਾਂ ਚਿਣੇ ਜਾ ਰਹੇ ਨੇ। ਇੱਕ ਨਹੀਂ ਅਨੇਕਾਂ ਤੁਸੀਂ ਸਟੈਚੂ ਵੇਖੇ ਨੇ, ਇਤਿਹਾਸ ਵੇਖਿਆ ਹੈ। ਸੋ ਸਾਡਾ ਵੱਡਮੁੱਲਾ ਫਰਜ਼ ਬਣਦਾ ਅਸੀਂ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਲੈ ਕੇ ਜਾਈਏ, ਆਪਣੀ ਆਉਣ ਵਾਲੀ ਪਨੀਰੀ ਤੱਕ ਲੈ ਕੇ ਜਾਈਏ, ਤਾਂ ਜੋ ਸਾਡਾ ਇਤਿਹਾਸ ਕੇਵਲ ਅਜਾਇਬ ਘਰ ਤੱਕ ਸੀਮਿਤ ਨਾ ਰਹੇ। ਸਾਡਾ ਇਹ ਇਤਿਹਾਸ, ਸਾਡਾ ਇਹ ਵਿਰਸਾ ਸਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਵੀ ਰੂਪਮਾਨ ਹੋਵੇ। ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦ ਜੋ ਬੜੇ ਲੰਬੇ ਸਮੇਂ ਤੋਂ ਇਸ ਪ੍ਰੋਗਰਾਮ ਨੂੰ, ਸਿੱਖੀ ਦੀ ਸ਼ਾਨ ਨੂੰ ਪਸੰਦ ਕਰਦੇ ਹੋ। ਸਾਨੂੰ ਵੀ ਪੂਰੀ ਆਸ ਹੈ ਕਿ ਜੋ ਅਸੀਂ ਸਿੱਖੀ ਦੀ ਸ਼ਾਨ ਆਰੰਭ ਕੀਤਾ ਹੈ ਉਸ ਵਿੱਚ ਬੁਲਾਈਆਂ ਹੋਈਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੁਹਾਡੇ ਰੂਬਰੂ ਕਰੀਏ ਤੇ ਇੱਕ ਪੰਥ ਨੂੰ ਚੰਗਾ ਸੁਣਿਆ ਜਾਵੇ। ਪੰਥ ਦੇ ਹੋਰ ਵੀ ਨੌਜਵਾਨ, ਹੋਰ ਵੀ ਗੁਰਸਿੱਖ ਮਜੀਵੜੇ ਯੋਧੇ ਨਿੱਤਰ ਕੇ ਸਾਹਮਣੇ ਆਉਣ ਤੇ ਪੰਥ ਨੂੰ ਸਮਰਪਿਤ ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਵੇਕਲੇ ਕਾਰਜ ਕਰਨ। ਸਰਦਾਰ ਪ੍ਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਜਾਂਦੇ ਜਾਂਦੇ ਸਾਡੀ ਸੰਗਤਾਂ ਨੂੰ, ਸਾਡੇ ਨੌਜਵਾਨਾਂ ਵਾਸਤੇ ਕੋਈ ਸੰਦੇਸ਼। ਸੰਦੇਸ਼ ਤਾਂ ਇਹ ਜੀ ਵੱਧ ਵੱਧ ਇਤਿਹਾਸ ਨੂੰ ਅਸੀਂ ਜਾਣੀਏ ਜੀ, ਤੇ ਇਤਿਹਾਸ ਨੂੰ ਜਾਣਨ ਦੇ ਨਾਲੇ ਅੱਗੇ ਸਾਨੂੰ ਪਤਾ ਲੱਗੇਗਾ ਇਤਿਹਾਸ ਸਾਡਾ ਕੀ ਸੀ, ਉਹਨਾਂ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ। ਬੱਚਿਆਂ ਨੂੰ ਵੀ ਵੱਧ ਵੱਧ ਇਤਿਹਾਸ ਨੂੰ, ਉਹਦੀਆਂ ਕਹਾਣੀਆਂ ਦੱਸੀਏ। ਜਿਸ ਤਰ੍ਹਾਂ ਕਿਤੇ ਮਿਊਜ਼ੀਅਮ ਬਣੇ ਹੋਏ ਨੇ ਤੇ ਉਹਨਾਂ ਦੇ ਵੱਧ ਵੱਧ ਦਰਸ਼ਨ ਕਰਾਏ ਜਾਣੇ ਜੀ ਅਜਾਇਬ ਘਰ ਦੇ ਬੱਚਿਆਂ ਨੂੰ ਜੀ। ਉਹ ਤਦੇ ਫਿਰ ਬੱਚੇ ਅੱਗੇ ਚੰਗੇ ਰਸਤੇ ਜਾਣਗੇ, ਕਿਉਂਕਿ ਜੋ ਬੱਚੇ ਦੇਖਣਗੇ ਤੇ ਉਹੀ ਉਹਨਾਂ ਨੇ ਕਰਨਾ ਹੈ। ਹਾਂਜੀ, ਇਸ ਕਰਕੇ ਵੱਧ ਵੱਧ ਇਤਿਹਾਸ ਦੀ ਜਾਣਕਾਰੀ ਦਿਓ ਤੇ ਬੱਚੇ ਤਦੇ ਉਸ ਲਾਈਨ ਤੇ ਚੱਲਣਗੇ ਜੀ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਜ ਦੇ ਸਾਡੇ ਸਿੱਖੀ ਦੀ ਸ਼ਾਨ, ਜਿਨ੍ਹਾਂ ਨੇ
ਆਪਣੇ ਜੀਵਨ ਬਾਰੇ ਦੱਸਿਆ, ਸਗੋਂ ਆਪਣੇ ਜੀਵਨ ਦੇ ਵਡਮੁੱਲੇ ਕਾਜ ਬਾਰੇ ਦੱਸਿਆ, ਕਿਵੇਂ ਉਹਨਾਂ ਨੇ ਇੱਕ ਸੋਚ ਪਹਿਲੇ ਧਾਰਨ ਕੀਤੀ ਅਤੇ ਉਸ ਸੋਚ ਨੂੰ ਨਾ ਕੋਈ ਫੰਡਿੰਗ, ਨਾ ਕੋਈ ਵਿੱਦਿਆ, ਇੰਨੀ ਤਾਲੀਮ ਤੇ ਨਾ ਹੀ ਕੋਈ ਇਹੋ ਜਿਹਾ ਪ੍ਰਬੰਧ, ਪਰੰਤੂ ਜਿੱਥੇ ਹੌਸਲੇ ਬੁਲੰਦ ਹੋਣ, ਜਿੱਥੇ ਦ੍ਰਿੜ ਇਰਾਦਾ ਹੋਵੇ, ਉੱਥੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਨੇ। ਸੋ ਸਾਡੇ ਅਤੀ ਸਤਿਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ, ਜਿਨ੍ਹਾਂ ਦੀ ਇੱਕ ਸੋਚ ਸੀ ਕਿ ਮੈਂ ਸਿੱਖ ਅਜਾਇਬ ਘਰ ਸਥਾਪਿਤ ਕਰਨਾ ਹੈ, ਸਿੱਖ ਇਤਿਹਾਸ ਨੂੰ, ਗੁਰਮਤਿ ਸਿਧਾਂਤਾਂ ਨੂੰ ਸੰਗਤ ਦੇ ਰੂਬਰੂ ਕਰਨਾ ਹੈ, ਇਸ ਮਾਨਵਤਾ ਦੇ ਰੂਬਰੂ ਕਰਨਾ ਹੈ। ਸੋ ਇਹ ਵਡਮੁੱਲਾ ਕਾਜ ਬੜੇ ਸੋਹਣੇ ਢੰਗ ਨਾਲ ਕਰ ਰਹੇ ਨੇ। ਸੋ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।